ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੇ ਰੋਜ਼ ਦੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਪੰਨੂ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਹਰਸਿਮਰਨ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਭਾਰਤ ਤੇ ਕੈਨੇਡਾ ਵਿਚਾਲੇ ਇਸ ਸਮੇਂ ਜਿਹੜੇ ਸਬੰਧ ਬਣੇ ਹੋਏ ਨੇ ਉਹ ਸੁਖਾਵੇਂ ਨਹੀਂ ਜਾਪਦੇ। ਕੱਲ ਵੀ ਇਸ ਬਾਰੇ ਤੁਸੀਂ ਗੱਲ ਕੀਤੀ ਸੀ ਤੇ ਹੁਣ ਸੁਨੇਹੇ ਬਹੁਤ ਆਉਣ ਲੱਗ ਪਏ ਨੇ। ਜਿਨ੍ਹਾਂ ਨੇ ਕੈਨੇਡਾ ਨੂੰ ਇੱਧਰ ਵੱਲ ਆਉਣਾ ਹੈ ਉਹ ਹੁਣ ਸੋਚ ਰਹੇ ਨੇ ਕਿ ਕੀ ਅਸੀਂ ਆ ਸਕਦੇ ਹਾਂ ਇੱਧਰ, ਇੱਥੇ ਸਾਰਾ ਕੁਝ ਸੇਫ ਹੈ ਜਾਂ ਨਹੀਂ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਹਰਸਿਮਰਨ ਜੀ, ਸਥਿਤੀ ਚਿੰਤਾ ਵਾਲੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਲਗਾਤਾਰ ਅਜੇ ਤੱਕ ਟੈਨਸ਼ਨ ਵਾਲੇ ਆਪੋ ਆਪਣੇ ਸਟੈਂਡ ਤੇ ਖੜੀਆਂ। ਕੈਨੇਡਾ ਦੀ ਸਰਕਾਰ ਆਪਣੇ ਸਟੈਂਡ ਨੂੰ ਠੀਕ ਕਹਿੰਦੀ, ਭਾਰਤ ਦੀ ਆਪਣੇ ਨੂੰ ਠੀਕ ਕਹਿੰਦੀ ਹੈ ਜੀ। ਸਾਡੀ ਮੁਸ਼ਕਲ ਇਹ ਹੈ ਕਿ ਮੈਂ ਕੱਲ ਵੀ ਕਿਹਾ ਸੀ, ਪੰਜਾਬ ਮੁੱਖ ਤੌਰ ਤੇ ਜਿਹੜਾ ਸਾਡੇ ਵਾਲਾ ਪੰਜਾਬ ਭਾਰਤ ਵਿੱਚ ਆ। ਮੈਂ ਪਾਕਿਸਤਾਨੀ ਪੰਜਾਬ ਦੀ ਗੱਲ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਇਸ ਸਮੱਸਿਆ ਨਾਲ ਸੰਬੰਧ ਨਹੀਂ। ਸਾਡੇ ਵਾਲਾ ਪੰਜਾਬ ਭਾਰਤ ਵਿੱਚ ਆ ਤੇ ਮਿੰਨੀ ਪੰਜਾਬ ਕੈਨੇਡਾ ਵਿੱਚ ਆ। ਮਿੰਨੀ ਪੰਜਾਬ ਇੱਕ ਨਹੀਂ ਹੋ ਸਕਦਾ। ਮਿੰਨੀ ਪੰਜਾਬ ਅਮਰੀਕਾ ਵਿੱਚ ਵੀ ਆ, ਮਿੰਨੀ ਪੰਜਾਬ ਬਰਤਾਨੀਆ ਵਿੱਚ ਵੀ ਆ। ਜੇ ਤੁਸੀਂ ਚਲੇ ਜਾਓ ਤੇ ਰਾਜਧਾਨੀ ਲੰਡਨ ਦਾ ਸਾਊਥ ਹਾਲ, ਉਹਦੇ ਨਾਲ ਹੰਸਲੋ, ਕ੍ਰੈਨਫੋਰਡ, ਇਹ ਸਾਰੇ ਇਲਾਕੇ ਜਿਹੜੇ ਨੇ ਉਹ ਸਾਊਥ ਹਾਲ ਦਾ ਇਲਾਕਾ ਜਿੱਥੇ ਮੁੜ ਮੁੜ ਕੇ 2-3 ਥਾਵਾਂ ਕੌਂਸਲਾਂ 'ਚ ਮੇਅਰ ਚੁਣੇ ਜਾਂਦੇ, ਉਹ ਵੀ ਮਿੰਨੀ ਪੰਜਾਬ ਆ। ਇੱਦਾਂ ਹੀ ਕੁਛ ਹੋਰ ਥਾਵਾਂ 'ਤੇ ਵੀ ਮਿੰਨੀ ਪੰਜਾਬ ਬਣੇ ਹੋਏ ਨੇ। ਇਸ ਵੇਲੇ ਜਿਹੜਾ ਦਾਅ ਦੇ ਉੱਤੇ ਲੱਗਾ ਮਿੰਨੀ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕੈਨੇਡਾ 'ਚ ਆ। ਉੱਥੋਂ ਮੇਰੇ ਕੋਲ ਵੀ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਏ ਆ, ਬੜੀ ਚਿੰਤਾ ਉਹ ਪ੍ਰਗਟ ਕਰਦੇ ਆ ਕਿ ਅਗਲੇ ਮਹੀਨਿਆਂ 'ਚ ਅਸੀਂ ਆਉਣਾ ਸੀ, ਰਿਸ਼ਤੇਦਾਰ ਦਾ ਵਿਆਹ ਸੀ। ਕੁਝ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹ ਇੱਥੇ ਪੰਜਾਬ 'ਚ ਆ ਕੇ ਇਸ ਕਰਕੇ ਰੱਖੇ ਕਿ ਬਹੁਤਾ ਪਰਿਵਾਰ ਇੱਥੇ ਰਹਿੰਦਾ, ਥੋੜ੍ਹਾ ਉੱਥੇ ਆ। ਮੁੰਡੇ ਵਾਲੇ ਵੀ ਇੱਥੇ ਆ ਗਏ, ਕੁੜੀ ਵਾਲੇ ਵੀ ਇੱਥੇ ਆ ਗਏ। ਦੋਵਾਂ 'ਚ ਇੱਕ ਕੈਨੇਡਾ ਤੋਂ ਆਇਆ, ਇੱਕ ਅਮਰੀਕਾ ਜਾਂ ਆਸਟ੍ਰੇਲੀਆ ਤੋਂ ਆਇਆ। ਕੁਝ ਪਰਿਵਾਰ ਇਹੋ ਜਿਹੇ ਜਿਹੜੇ ਦੋਵੇਂ ਪਰਿਵਾਰ ਹੀ ਕੈਨੇਡਾ ਤੋਂ ਆਉਣੇ ਆ ਤੇ ਫਿਰ ਵਾਪਸ ਜਾਣੇ ਆ। ਉਹਨਾਂ ਨੇ ਕਈਆਂ ਨੇ ਪੈਲਸ ਬੁੱਕ ਕਰਾਏ ਹੋਏ ਆ, ਸਾਰਾ ਕੁਝ ਬੁੱਕ ਕਰਾਇਆ ਤੇ ਹੁਣ ਉਹਨਾਂ ਦੇ ਸਾਹਮਣੇ ਸਮੱਸਿਆ ਇਹ ਆ ਗਈ ਹੈ ਕਿ ਭਾਰਤ ਸਰਕਾਰ ਨੇ ਜਿਹੜੇ ਕੱਲ ਵੀਜ਼ੇ ਸਸਪੈਂਡ ਕਰਨ ਦੇ ਇੱਧਰੋਂ ਸੰਕੇਤ ਜਿਹਾ ਦੇ ਦਿੱਤਾ, ਉਹਦੇ ਨਾਲ ਸਾਰਿਆਂ ਨੂੰ ਚਿੰਤਾ ਹੋ ਗਈ ਹੈ ਕਿ ਕੀ ਅਸੀਂ ਆ ਸਕਦੇ ਹਾਂ। ਇਹਦੇ 'ਚ ਜਿਹੜੀ ਸਮੱਸਿਆ ਜਿੰਨਾ ਕੁ ਮੈਂ ਪਤਾ ਕੀਤਾ ਉਹ ਇਹ ਹੈ ਕਿ ਜਿਨ੍ਹਾਂ ਕੋਲ ਅਜੇ ਤੱਕ ਇੰਡੀਆ ਦਾ ਵੀਜ਼ਾ ਨਹੀਂ, ਉਹ ਅੱਜ ਦੀ ਤਰੀਕ ਵਿੱਚ ਕੈਨੇਡਾ 'ਚੋਂ ਇੰਡੀਆ ਦੇ ਵੀਜ਼ੇ ਵਾਸਤੇ ਅਪਲਾਈ ਕਰਨ ਤੇ ਸ਼ਾਇਦ ਕੁਛ ਨਾ ਕੁਛ ਅੜਚਣ ਆਵੇਗੀ। ਵੀਜ਼ੇ ਉਹਨਾਂ ਨੇ ਸਰਵਿਸ ਸਸਪੈਂਡ ਕਰਨ ਦਾ ਜਿਹੜਾ ਸੰਕੇਤ ਦਿੱਤਾ, ਉਹਦਾ ਕਰਕੇ ਸਮੱਸਿਆ ਆ ਸਕਦੀ ਹੈ। ਪਰ ਜਿਨ੍ਹਾਂ ਕੋਲ ਪਹਿਲਾਂ ਵੀਜ਼ਾ ਲੱਗਾ ਹੋਇਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ, ਉਹ ਜਦੋਂ ਮਰਜ਼ੀ ਆ ਸਕਦੇ ਆ। ਜਿਨ੍ਹਾਂ ਕੋਲ OCI ਕਾਰਡ ਹੈ ਜਾਂ OCI ਤੋਂ ਪਹਿਲਾਂ PIO ਕਾਰਡ ਹੁੰਦੇ ਸੀ, ਪਰਸਨ ਆਫ ਇੰਡੀਅਨ ਔਰਿਜਨ, ਉਹਨੂੰ ਮੁੜ ਕੇ ਬਦਲ ਕੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਬਣਾਇਆ ਗਿਆ ਸੀ। PIO ਕਾਰਡ ਹੋਵੇ ਜਾਂ ਉਹਨਾਂ ਕੋਲ OCI ਕਾਰਡ ਹੋਵੇ, ਉਹ ਜਦੋਂ ਮਰਜ਼ੀ ਆਉਣ, ਉਹਨਾਂ ਨੂੰ ਸਾਰੀ ਉਮਰ ਦਾ ਵੀਜ਼ਾ ਆਰਾਮ ਨਾਲ ਆ ਜਾ ਸਕਦੇ ਆ। ਉਹਨਾਂ ਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਕੋਈ ਲੋੜ ਹੈ ਹੀ ਨਹੀਂ। ਇੱਕ ਹੋਰ ਕੈਟੇਗਰੀ ਹੈ ਜਿਹੜੇ ਬੜੇ ਚਿਰਾਂ ਤੋਂ ਕੈਨੇਡਾ 'ਚ ਰਹਿੰਦੇ ਆ, ਕੋਈ 10 ਸਾਲਾਂ ਤੋਂ, ਕੋਈ 20 ਤੋਂ, ਕੋਈ 30 ਸਾਲਾਂ ਤੋਂ ਵੀ ਰਹਿੰਦਾ। ਉਹਨਾਂ ਨੇ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਲਈ, ਪਾਸਪੋਰਟ ਅਜੇ ਤੱਕ ਭਾਰਤੀ ਰੱਖੇ ਆ। ਮੇਰਾ ਇੱਕ ਮਿੱਤਰ ਇੰਗਲੈਂਡ ਵਿੱਚ 1962 ਵਿੱਚ ਗਿਆ ਸੀ, ਜਦੋਂ ਅਜੇ 9-10 ਸਾਲਾਂ ਦਾ ਹੁੰਦਾ ਸੀ। ਉਹ ਜਦੋਂ 72 ਸਾਲਾਂ ਦੀ ਉਮਰ 'ਚ ਚਲਾ ਗਿਆ, ਉਦੋਂ ਜਾ ਕੇ ਉਹਨੇ ਇੰਗਲੈਂਡ ਦਾ ਪਾਸਪੋਰਟ ਲਿਆ। ਉਹਨੇ ਲਿਆ ਹੀ ਨਹੀਂ, ਤੇ ਉਹ ਵੀ ਇਸ ਕਰਕੇ ਲਿਆ ਸੀ ਕਿ ਜਦੋਂ ਆਉਂਦਾ ਸੀ ਤੇ ਇੱਥੇ ਦਿੱਲੀ ਜਾਂ ਅੰਮ੍ਰਿਤਸਰ ਏਅਰਪੋਰਟ 'ਤੇ ਖੱਜਲ ਖੁਆਰੀ ਹੁੰਦੀ ਸੀ ਇੰਡੀਅਨ ਪਾਸਪੋਰਟ ਦਾ ਕਰਕੇ, ਤੇ ਜਦੋਂ ਉਹਨੇ ਬ੍ਰਿਟਨ ਦਾ ਪਾਸਪੋਰਟ ਲੈ ਲਿਆ ਤੇ ਫਿਰ ਉਹਦੀ ਖੱਜਲ ਖੁਆਰੀ ਹਟ ਗਈ। ਉਹਨੇ ਇਸ ਕਰਕੇ ਲਿਆ ਸੀ। ਉਹਦੇ ਕੋਲ ਜੇ ਇੰਡੀਅਨ ਪਾਸਪੋਰਟ ਹੋਵੇ, ਇਸੇ ਤਰ੍ਹਾਂ ਕੈਨੇਡਾ 'ਚ ਕਿਸੇ ਕੋਲ ਇੰਡੀਅਨ ਪਾਸਪੋਰਟ ਹੋਵੇ ਤੇ ਇੰਡੀਅਨ ਪਾਸਪੋਰਟ ਇੰਡੀਅਨ ਨਾਗਰਿਕ ਨੂੰ ਭਾਰਤ ਵਿੱਚ ਆਉਣ ਤੋਂ ਬਿਲਕੁਲ ਨਹੀਂ ਰੋਕਦਾ। ਤੁਸੀਂ ਜਦੋਂ ਮਰਜ਼ੀ ਆ ਸਕਦੇ, ਜਦੋਂ ਮਰਜ਼ੀ ਵਾਪਸ ਜਾ ਸਕਦੇ ਆ, ਕਿਉਂਕਿ ਤੁਹਾਡੇ ਕੋਲ ਕੈਨੇਡਾ ਦਾ ਜਿਹੜਾ PR ਦਾ ਸਟੇਟਸ ਹੈ ਉਹ ਤੁਹਾਡਾ ਕਾਇਮ ਰਹਿਣਾ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਜਿਹੜੇ ਬੱਚੇ ਇੱਥੋਂ ਪੜ੍ਹਨ ਵਾਸਤੇ ਗਏ ਆ, ਉਹਨਾਂ ਵਿਦਿਆਰਥੀਆਂ ਦੇ ਮਾਂ-ਬਾਪ ਪੁੱਛਦੇ ਜੀ ਹੁਣ ਬੱਚਿਆਂ ਨੂੰ ਕੋਈ ਚਿੰਤਾ ਵਾਲੀ ਗੱਲ ਨਹੀਂ। ਬੱਚੇ ਪੜ੍ਹਨ ਵਾਸਤੇ ਗਏ ਆ, ਉਹਨਾਂ ਨੇ ਜਿਹੜੇ ਪਾਸਪੋਰਟ ਅਜੇ ਤੱਕ ਇੰਡੀਅਨ ਰੱਖੇ ਹੋਏ ਆ, ਉਹਨਾਂ ਦੇ ਪਾਸਪੋਰਟ ਜਾਂਦੇ ਸਾਰ ਤਾਂ ਸਿਟੀਜ਼ਨਸ਼ਿਪ ਹੋ ਨਹੀਂ ਜਾਣੀ। ਉਹਨਾਂ ਨੂੰ ਇੱਥੇ ਭਾਰਤ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਕੱਲ੍ਹ ਨੂੰ ਕਿਸੇ ਵਕਤ ਲੋੜ ਪਵੇ ਤੇ ਕੋਈ ਅਚਾਨਕ ਲੋੜ ਪਵੇ ਜਾਂ ਸਾਰਾ ਕੁਝ ਕੋਰਸ ਪੂਰਾ ਕਰਨ ਤੋਂ ਬਾਅਦ ਖੁਸ਼ੀ ਵਾਸਤੇ ਮਾਪਿਆਂ ਨੂੰ ਮਿਲਣ ਆਉਣਾ ਚਾਹੁੰਦੇ ਹੋਣ, ਵਿਆਹ ਸ਼ਾਦੀ ਲਿਆਉਣ,
ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਅੜਚਣ ਹੈ ਨਹੀਂ। ਅੜਚਣ ਸਿਰਫ ਉਹਨਾਂ ਨੂੰ ਹੈ ਜਿਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ। ਹੁਣ ਅਚਾਨਕ ਕੋਈ ਪ੍ਰੋਗਰਾਮ ਬਣ ਗਿਆ ਤੇ ਆਉਣ ਵਾਸਤੇ ਵੀਜ਼ਾ ਲੈਣਾ ਚਾਹੁੰਦੇ ਆ। ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ, ਕਈਆਂ ਨੂੰ, ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਸੀ ਤੇ ਆਉਣ ਲੱਗਿਆਂ ਵੇਖਿਆ ਕਿ ਉਹ ਏਜੰਟ ਨੂੰ ਫੋਨ ਕਰਤਾ ਟਿਕਟ ਬੁੱਕ ਕਰਦੇ, ਤੇ ਜਦੋਂ ਘਰ ਜਾ ਕੇ ਪਾਸਪੋਰਟ ਵੇਖਿਆ ਤੇ ਉਹਦੇ ਉੱਤੇ ਵੀਜ਼ਾ ਨਹੀਂ ਸੀ ਲੱਗਾ ਹੋਇਆ, ਪਿਛਲੇ ਵੀਜ਼ੇ ਦੀ ਮਿਆਦ ਲੰਘ ਗਈ ਸੀ। ਫਿਰ 2-3 ਦਿਨਾਂ ਦੇ ਅੰਦਰ ਭੱਜ ਨੱਸ ਕਰਕੇ ਕਾਹਲੀ ਵੀਜ਼ਾ ਲਿਆ ਸੀ। ਇੱਦਾਂ ਦੇ ਲੋਕ ਵੀ ਨੇ। ਇੱਕ ਬੀਬੀ ਇੱਥੋਂ 1978 'ਚ ਉੱਥੇ ਗਈ ਸੀ ਤੇ ਉਹਨੂੰ ਅਚਾਨਕ ਜਾ ਕੇ 2012 'ਚ ਲੋੜ ਪਈ ਇੰਗਲੈਂਡ ਜਾਣ ਦੀ, ਤੇ ਉਦੋਂ ਉਹਨੇ ਵੇਖਿਆ ਵੀ ਮੇਰਾ ਤੇ ਉਹ ਇੰਡੀਅਨ ਪਾਸਪੋਰਟ ਐਕਸਪਾਇਰ ਹੋ ਗਿਆ ਸੀ, ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲਈ ਸੀ। ਸਿਟੀਜ਼ਨਸ਼ਿਪ ਲੈ ਲਏ, ਇੱਕ ਵਾਰੀ ਪਾਸਪੋਰਟ ਬਣਾ ਲਿਆ, ਮੁੜ ਕੇ ਉਹ ਪਾਸਪੋਰਟ ਰਿਨਿਊ ਹੀ ਨਹੀਂ ਕਰਾਇਆ ਇੰਨੇ ਚਿਰ ਦਾ। ਉਹ ਉੱਥੇ ਰੇੜਕਾ ਪਾ ਕੇ ਬਹਿ ਗਏ, ਪਰ ਖੈਰ ਉਹਨੂੰ ਮਿਲ ਗਿਆ ਸੀ ਤੇ ਉਹ ਉੱਥੇ ਚਲੀ ਗਈ। ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਹਲੀ ਵਾਲੀਆਂ ਸਰਵਿਸਿਜ਼ ਸੀ ਅੱਗੇ, ਜਿਹੜੀਆਂ ਅਸੀਂ ਕਾਹਲੀਆਂ ਕਰ ਲੈਂਦੇ ਸਾਂ, ਉਹ ਇੱਕਦਮ ਹੋਣ ਵਿੱਚ ਪ੍ਰੋਬਲਮ ਆ ਸਕਦੀ ਆ। ਇਸ ਕਰਕੇ ਜਿਹੜੇ ਬੈਠੇ ਹੋ ਜਿੱਥੇ ਵੀ ਹੋ, ਆਪੋ ਆਪਣਾ ਸਟੇਟਸ ਚੈੱਕ ਕਰੋ, ਤੇ ਜੇ ਕਿਸੇ ਦੀ ਕੋਈ ਸਮੱਸਿਆ ਤੇ ਉਹਦਾ ਵਕਤ ਸਿਰ ਹੱਲ ਕੱਢਣ ਦਾ ਯਤਨ ਕਰਿਓ। ਹਰ ਸਮੱਸਿਆ ਦਾ ਹੱਲ ਨਿਕਲ ਆਉਂਦਾ ਹੁੰਦਾ। ਆ ਜਿਹੜਾ ਇਸ ਵੇਲੇ ਤਣਾਅ ਦਾ ਮਾਹੌਲ ਹੈ ਦੋਵਾਂ ਦੇਸ਼ਾਂ ਵਿਚਾਲੇ, ਇਹ ਸਦੀਵੀ ਨਹੀਂ ਗਾ, ਇਹ ਬਹੁਤਾ ਲੰਮਾ ਚਿਰ ਨਹੀਂ ਚੱਲਣਾ। ਤੇ ਸਾਡੀ ਇਹ ਕਾਮਨਾ ਵੀ ਅਸੀਂ ਸੁੱਖ ਮੰਗਦੇ ਹਾਂ ਕਿ ਲੰਮਾ ਨਾ ਚੱਲੇ, ਇਹ ਥੋੜ੍ਹੇ ਚਿਰ ਦਾ। ਉਹਦੇ ਬਾਅਦ ਹਾਲਾਤ ਸੁਧਰਨੇ ਵੀ ਆ, ਅਸੀਂ ਆਸ ਰੱਖੀਏ ਛੇਤੀ ਸੁਧਰਨਗੇ, ਪਰ ਉਹਨਾਂ ਚਿਰ ਤੱਕ ਜੇ ਕਿਸੇ ਕਿਸਮ ਦੀ ਕੋਈ ਅੜਚਣ ਆਉਂਦੀ ਆ ਤੇ ਕੋਈ ਨਾ ਕੋਈ ਰਾਹ ਨਿਕਲ ਆਉਂਦਾ ਹੁੰਦਾ। ਉਹਦੇ ਵਾਸਤੇ ਅਗੇਤਾ ਯਤਨ ਕਰਿਓ। ਕਦੇ ਵੇਲੇ ਦੇ ਵੇਲੇ ਜਾ ਕੇ ਉਹ ਜਿਹੜਾ ਕਹਿੰਦੇ ਨੇ ਨਾ, ਬੂਹੇ ਖਲੋਤੀ ਜੰਝ ਤੇ ਵਿੰਨੋ ਕੁੜੀ ਦੇ ਕੰਨ, ਉਧਰੋਂ ਜਾਣ ਵਾਸਤੇ ਤਿਆਰੀ ਕਰਨ ਲੱਗੇ ਤੇ ਪਾਸਪੋਰਟ ਕੱਢ ਕੇ ਵੇਖਿਆ ਤੇ ਆਹ ਅੜਚਣਾਂ ਨੇ, ਉਹ ਨਾ ਕਰਿਓ। ਉਹਦਾ ਜੋ ਵੀ ਕਰਨਾ ਵਕਤ ਰਹਿੰਦਿਆਂ ਕਿਸੇ MP ਨੂੰ, ਕਿਸੇ ਹੋਰ ਲੀਡਰ ਨੂੰ, ਜਾਂ ਜੇ ਲੋੜ ਪਵੇ ਤੇ ਭਾਰਤ ਵਿੱਚ ਕਿਸੇ ਨੂੰ ਮਿਲ ਕੇ ਫੋਨ ਕਰਕੇ ਕੋਈ ਵਾਰ ਰਾਹ ਕੱਢਣਾ ਤੇ ਵਕਤ ਸਿਰ ਕੱਢਣ ਦਾ ਯਤਨ ਕਰਿਓ, ਲੇਟ ਨਾ ਕਰਿਓ। ਸਾਡੀਆਂ ਸ਼ੁਭ ਕਾਮਨਾਵਾਂ। ਮੈਂ ਫਿਰ ਇੱਕ ਵਾਰੀ ਕਹਾਂ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਹ ਟੈਨਸ਼ਨ ਜਿਹੜੀ ਆ ਘਟੇ। ਇਸ ਟੈਨਸ਼ਨ ਨੂੰ ਕੁਝ ਲੋਕੀ ਅਜੇ ਤੱਤੀਆਂ ਸੁਰਾਂ ਕੱਢ ਕੇ ਹੋਰ ਵਿਗਾੜਨਾ ਚਾਹੁੰਦੇ ਮਾਹੌਲ, ਉਹਨਾਂ ਤੋਂ ਥੋੜ੍ਹਾ ਜਿਹਾ ਬਚਿਆ ਜਾਵੇ। ਕੋਈ ਵੀ ਇਹੋ ਜਿਹੀ ਗੱਲ ਨਾ ਕੀਤੀ ਜਾਵੇ ਜਿਹੜੀ ਵਿਗਾੜ ਪਾਵੇ ਤੇ ਕੱਲ੍ਹ ਨੂੰ ਪੰਜਾਬੀਆਂ ਵਾਸਤੇ ਮੁਸ਼ਕਲਾਂ ਆਉਣ। ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਇਸ ਵੇਲੇ ਕਿ ਪੰਜਾਬੀਆਂ ਦਾ ਪੰਜਾਬੀਆਂ ਨਾਲ, ਆਪਣੇ ਪੇਕੇ ਪਿੰਡ ਪੰਜਾਬ ਨਾਲ ਲਗਾਤਾਰ ਮੋਹ ਦਾ ਨਾਤਾ ਬਣਿਆ ਰਹੇ, ਉਹਨਾਂ ਦੇ ਆਉਣ ਜਾਣ 'ਚ ਕੋਈ ਰੁਕਾਵਟ ਨਾ ਪਵੇ, ਇਹ ਸਾਡੀ ਕਾਮਨਾ ਹੈ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ। ਉਧਰ ਖਬਰਾਂ ਵੱਲ ਜੇਕਰ ਮੋੜਾ ਕੱਟੀਏ ਤਾਂ ਵੂਮਨ ਰਿਜ਼ਰਵੇਸ਼ਨ ਬਿੱਲ ਦੋਵੇਂ ਸਦਨਾਂ ਦੇ ਵਿੱਚੋਂ ਪਾਸ ਹੋ ਚੁੱਕਿਆ ਹੈ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਸ ਨੇ ਹੁਣ ਕਾਨੂੰਨ ਵੀ ਬਣ ਜਾਣਾ ਹੈ। ਕਿਵੇਂ ਆਖਦੇ ਹੋ ਜੀ? ਦੇਖੋ, ਲੋਕ ਸਭਾ ਨੇ ਇੱਕ ਦਿਨ ਪਹਿਲਾਂ ਪਾਸ ਕਰ ਦਿੱਤਾ ਸੀ ਤੇ ਉੱਥੋਂ ਪਾਸ ਕਰਨ ਲੱਗਿਆ ਪਤਾ ਨਹੀਂ ਕਿਉਂ 2 ਜਣਿਆਂ ਨੇ ਵਿਰੋਧ ਦੀ ਵੋਟ ਪਾਈ ਸੀ। ਪਾਉਣੀ ਨਹੀਂ ਸੀ ਚਾਹੀਦੀ। ਇਹ ਕੰਮ ਇਹੋ ਜਿਹਾ ਨਹੀਂ ਜਿਹਦੇ ਉੱਤੇ ਵਿਰੋਧ ਦੀ ਵੋਟ ਪਾਈ ਜਾਂਦੀ। ਜਦੋਂ ਇਹ ਬਿੱਲ ਰਾਜ ਸਭਾ 'ਚ ਗਿਆ, ਤਕਰੀਰਾਂ ਹੋਈਆਂ, ਇੱਕ ਦੂਸਰੇ ਨੂੰ ਮਿਹਣੇ ਦਿੱਤੇ ਗਏ, ਔਰ ਜਿਹੜੀਆਂ ਗੱਲਾਂ ਉੱਥੇ ਚੱਲੀਆਂ, ਕਾਂਗਰਸ ਵਾਲਿਆਂ ਨੇ ਇਹ ਵੀ ਆਖਿਆ ਕਿ ਜਦੋਂ ਅਸੀਂ ਪਾਸ ਕਰਨ ਲੱਗੇ ਸੀ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਤੁਸੀਂ BJP ਵਾਲਿਆਂ ਨੇ ਅੜਿੱਕਾ ਇਹ ਡਾਇਆ ਸੀ ਕਿ ਅਦਰ ਬੈਕਵਰਡ ਕਲਾਸਿਸ, ਜਿਨ੍ਹਾਂ ਨੂੰ ਅਸੀਂ OBC ਕਹਿੰਦੇ ਹਾਂ, ਉਹਨਾਂ ਵਾਸਤੇ ਇਹਦੇ ਵਿੱਚ ਵੱਖਰੀ ਰਿਜ਼ਰਵੇਸ਼ਨ ਕੱਢੋ, ਤੇ ਉਹਨਾਂ ਚਿਰ ਪਾਸ ਨਹੀਂ ਸੀ ਹੋਣ ਦਿੱਤਾ। ਹੁਣ ਤੁਸੀਂ ਲਿਆਂਦਾ ਤੇ ਹੁਣ OBC ਕਿੱਧਰ ਗਏ? ਹੁਣ ਤੁਸੀਂ ਇਹਦੀ ਗੱਲ ਹੀ ਨਹੀਂ ਕਰਦੇ। ਇਸ ਗੱਲ ਦਾ ਮਿਹਣਾ ਕਾਂਗਰਸ ਨੇ ਵੀ ਦਿੱਤਾ, ਕੁਝ ਹੋਰ ਪਾਰਟੀਆਂ ਨੇ ਵੀ, ਤੇ ਭਾਜਪਾ ਦੀ ਬੜੀ ਸੀਨੀਅਰ ਲੀਡਰ ਆ, ਕੇਂਦਰੀ ਮੰਤਰੀ ਰਹਿ ਚੁੱਕੀ ਆ, ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਆ, ਉਮਾ ਭਾਰਤੀ। ਉਹ ਸਾਧਵੀ ਉਮਾ ਭਾਰਤੀ ਨੇ ਵੀ ਆਖਿਆ ਕਿ ਉਦੋਂ ਅੜਿੱਕਾ ਪਾਉਣ ਵਾਲਿਆਂ ਵਿੱਚ ਮੈਂ ਵੀ ਹੈਗੀ ਸੀ। ਅਸੀਂ ਸਾਰੇ ਕਹਿੰਦੇ ਸਾਂ ਕਿ ਤੁਸੀਂ OBC ਦੀ ਰਿਜ਼ਰਵੇਸ਼ਨ ਤੋਂ ਬਗੈਰ ਵਿਮਨ ਰਿਜ਼ਰਵੇਸ਼ਨ ਦਾ ਬਿੱਲ ਕਿੱਦਾਂ ਪਾਸ ਕਰ ਸਕਦੇ ਹਾਂ, ਪਰ ਹੁਣ ਸਾਡੀ ਆਪਣੀ ਪਾਰਟੀ ਦੀ ਸਰਕਾਰ ਨੇ ਇਸੇ ਤਰ੍ਹਾਂ ਕੀਤਾ ਬਗੈਰ OBC ਤੋਂ, ਤੇ ਮੈਂ ਇਹਦਾ ਵਿਰੋਧ ਕਰਦੀ ਹਾਂ। ਆਪਣੀ ਪਾਰਟੀ ਦੇ ਲਿਆਂਦੇ ਬਿੱਲ ਦਾ ਵੀ ਵਿਰੋਧ ਕਰਦੀ ਪਈ ਆ। ਇਹ ਵਿਰੋਧ ਆਪਣੀ ਥਾਂ, ਪਰ ਰਾਜ ਸਭਾ ਦੇ ਵਿੱਚ ਪਾਸ ਕਰਨ ਲੱਗਿਆ ਕਿਸੇ ਇੱਕ ਨੇ ਵੀ ਵਿਰੋਧ ਦੀ ਵੋਟ ਨਹੀਂ ਪਾਈ। ਉੱਥੇ ਸਰਬਸੰਮਤੀ ਨਾਲ ਇਹ ਬਿੱਲ ਪਾਸ ਹੋ ਗਿਆ। ਪਾਸ ਹੋਣ ਤੋਂ ਬਾਅਦ ਅਗਲਾ ਸਵਾਲ ਇਹ ਹੈ ਕਿ ਲਾਗੂ ਕਦੋਂ ਹੋ? ਇਹਦੇ ਤੇ ਥੋੜ੍ਹਾ ਜਿਹਾ ਮਤਭੇਦ ਨੇ, ਕਿਉਂਕਿ ਅਗਲੇ ਸਮੇਂ ਦੇ ਵਿੱਚ ਥੋੜ੍ਹੀ ਬਹੁਤ ਹੱਦਬੰਦੀ ਜਿਹੜੀ ਹੈ ਹਲਕਿਆਂ ਦੀ, ਕਿਹੜਾ ਹਲਕਾ ਕਿੱਧਰੋਂ ਤੋੜਨਾ, ਕਿੱਧਰ ਕੱਟ ਕੇ ਕਿਹਦੇ ਨਾਲ ਕਿੰਨਾ ਜੋੜਨਾ, ਉਹ ਸਾਰੀ ਹੱਦਬੰਦੀ ਜਿਹੜੀ ਆ, ਉਹਦੇ ਸਵਾਲ ਦੇ ਉੱਤੇ ਅਜੇ ਕੁਝ ਕਾਨੂੰਨੀ, ਕੁਝ ਤਕਨੀਕੀ ਇਹੋ ਜਿਹੀਆਂ ਅੜਚਣਾਂ ਨੇ ਜਿਨ੍ਹਾਂ ਦੇ ਰਾਹ ਕੱਢਣੇ ਪੈਣਗੇ। ਉਹਦਾ ਕਰਕੇ ਇੱਕਦਮ ਇਹ ਲਾਗੂ ਨਹੀਂ ਕੀਤਾ ਜਾ ਸਕਣਾ। ਆ ਜਿਹੜੀਆਂ 7-8 ਮਹੀਨਿਆਂ ਬਾਅਦ ਹੋਣ ਵਾਲੀਆਂ ਨੇ ਪਾਰਲੀਮੈਂਟ ਚੋਣਾਂ, ਲੋਕ ਸਭਾ ਚੋਣਾਂ, ਉਹਨਾਂ ਵਿੱਚ ਤਾਂ ਇਹ ਹੋ ਨਹੀਂ ਸਕਣਾ। ਉਹਦੇ ਤੋਂ ਬਾਅਦ ਸਮਝਿਆ ਜਾਂਦਾ ਕਿ ਜੇ ਹੋਇਆ ਤੇ 2029 ਦੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਹੁਣ ਤੋਂ 5.5 ਸਾਲ ਬਾਅਦ, ਉਹਨਾਂ ਚੋਣਾਂ 'ਚ ਲਾਗੂ ਹੋਊਗਾ।
ਇਹਦੇ ਤੋਂ ਪਹਿਲਾਂ ਜੇ ਲਾਗੂ ਹੋਇਆ ਤੇ ਵਿਧਾਨ ਸਭਾਵਾਂ 'ਚ ਹੋਊਗਾ, ਕਦੋਂ ਹੋਊਗਾ, ਕਿਹੜੀ 'ਚ ਹੋਊਗਾ, ਇਹ ਨਹੀਂ ਅਜੇ ਸਾਨੂੰ ਪਤਾ। ਹੱਦਬੰਦੀ ਹੋਣ ਤੋਂ ਬਾਅਦ ਲਾਗੂ ਕੀਤਾ ਜਾਣਾ, ਇਹ ਵੀ ਗੱਲ ਸਾਫ਼ ਹੈ। ਦੂਸਰੀ ਗੱਲ ਇਹ ਵੀ ਇਹਦੇ ਨਾਲ ਉੱਠਦੀ ਹੈ ਕਿ ਤੁਸੀਂ ਲੋਕ ਸਭਾ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਬਾਰੇ ਤਾਂ ਕਹਿ ਦਿੱਤਾ ਕਿ ਰਿਜ਼ਰਵੇਸ਼ਨ ਦੇਣੀ ਹੈ 33% ਦੀ। ਜਿਹੜੀ ਪਾਰਲੀਮੈਂਟ ਹੈ ਇਹਦੇ 2 ਹਾਊਸ ਹੈ, ਉਹਨਾਂ 2 ਹਾਊਸਾਂ 'ਚੋਂ ਇੱਕ ਲੋਕ ਸਭਾ ਜਿਹੜਾ ਲੋਕਾਂ ਵੱਲੋਂ ਸਿੱਧਾ ਚੁਣਿਆ ਜਾਂਦਾ, ਇੱਕ ਰਾਜ ਸਭਾ ਜਿਹਦੇ ਵਿੱਚ ਰਾਜਾਂ ਦੇ ਵਿੱਚੋਂ ਚੁਣ ਕੇ ਆਉਂਦੇ ਨੇ। ਉਹਨਾਂ ਦੇ ਵਿੱਚ ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬ ਵਾਸਤੇ ਵੀ ਰਿਜ਼ਰਵੇਸ਼ਨ ਹੈਗੀ ਹੈ, ਤੇ ਜੇ ਉਹਨਾਂ ਵਾਸਤੇ ਹੈਗੀ ਆ ਤੇ ਰਾਜ ਸਭਾ ਦੇ ਵਿੱਚ ਵੀ ਔਰਤਾਂ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਜੇ ਕਿਸੇ ਸੂਬੇ 'ਚ, ਹੁਣ ਪੰਜਾਬ ਵਿੱਚ 7 ਨੇ, ਉਹਨਾਂ 'ਚੋਂ 33% ਰਿਜ਼ਰਵੇਸ਼ਨ ਦੇਣੀ ਹੋਵੇ ਤੇ 7 'ਚੋਂ ਘੱਟੋ ਘੱਟ 2 ਔਰਤਾਂ ਉੱਥੇ ਭੇਜਣੀਆਂ ਪੈਣਗੀਆਂ। ਇਸ ਤਰ੍ਹਾਂ ਅੱਡ-ਅੱਡ ਸੂਬਿਆਂ ਤੋਂ ਕੋਟਾ ਕੱਢਿਆ ਜਾ ਸਕਦਾ। ਉਸ ਕੋਟੇ ਬਾਰੇ ਵੀ ਮੰਗ ਚੱਲ ਰਹੀ ਆ, ਪਰ ਅਜੇ ਉਹ ਸਿਰੇ ਨਹੀਂ ਚੜ੍ਹੀ। ਜੋ ਵੀ ਹੋਵੇ, ਇਹਦੇ ਨਾਲ ਇੱਕ ਗੱਲ ਦਾ ਖਿਆਲ ਰੱਖਣਾ ਪਵੇਗਾ ਕਿ ਇਕੱਲੀ ਰਿਜ਼ਰਵੇਸ਼ਨ ਕਾਫੀ ਨਹੀਂ ਹੁੰਦੀ। ਹਾਲਾਤ ਨੂੰ ਵੀ ਵੇਖਣਾ ਚਾਹੀਦਾ ਕਿ ਭਾਰਤ ਦੀਆਂ ਔਰਤਾਂ ਕਿੰਨੀਆਂ ਮੱਲਾਂ ਮਾਰਦੀਆਂ ਪਈਆਂ, ਕਿੱਥੋਂ ਤੱਕ ਜਾਂਦੀਆਂ ਪਈਆਂ। ਇੱਕ ਤਾਂ ਮੈਂ ਅਜੇ 2 ਦਿਨ ਪਹਿਲਾਂ ਹਰਿਆਣੇ ਦੇ ਅਲਖਪੁਰਾ ਪਿੰਡ ਦੀ ਖਬਰ ਪੜ੍ਹੀ। ਉਸ ਪਿੰਡ ਦੀਆਂ 4 ਧੀਆਂ ਫੁੱਟਬਾਲ ਖਿਡਾਰਨ ਨੇ, ਚਾਰੇ ਹੀ ਇਕੱਠੀਆਂ ਭਾਰਤ ਦੀ ਫੌਜ ਵਿੱਚ ਭਰਤੀ ਹੋ ਰਹੀਆਂ ਸੇਵਾ ਕਰਨ ਵਾਸਤੇ, ਤੇ ਮਗਰੋਂ ਪਤਾ ਲੱਗਾ ਕਿ ਉਸ ਪਿੰਡ ਦੀਆਂ 6 ਕੁੜੀਆਂ ਉਹਨਾਂ ਤੋਂ ਪਹਿਲਾਂ ਪੈਰਾਮਿਲਟਰੀ ਫੋਰਸ ਵਿੱਚ ਭਰਤੀ ਹੋ ਚੁੱਕੀਆਂ। 4 ਤੇ 6 10 ਕੁੜੀਆਂ ਇੱਕੋ ਪਿੰਡ ਦੀਆਂ ਫੌਜ ਤੇ ਪੈਰਾਮਿਲਟਰੀ ਫੋਰਸ ਵਿੱਚ ਜਾਣ, ਇਹ ਕਿੰਨੀ ਖੁਸ਼ੀ ਵਾਲੀ ਗੱਲ ਹੈ। ਇਹਦਾ ਵੀ ਧਿਆਨ ਰੱਖਣਾ ਚਾਹੀਦਾ। ਦੂਸਰੀ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ, ਦੁਸ਼ਵਾਰੀਆਂ ਕੀ ਨੇ। ਮੈਂ ਪਰਸੋਂ ਦੇ ਅਖਬਾਰ ਵਿੱਚ ਹਰਿਆਣੇ ਦੀ ਖਬਰ ਪੜ੍ਹੀ ਸੀ, ਸ਼ਾਇਦ ਹਿਸਾਰ ਦੀ ਸੀ, ਕਿ ਉੱਥੇ ਐਡੀਸ਼ਨਲ DGP ਸਾਹਿਬ ਰੇਂਜ ਦੇ ਜਿਹੜੇ ਉਹਨਾਂ ਨੇ ਦਰਬਾਰ ਲਾਇਆ ਤੇ ਸ਼ਿਕਾਇਤਾਂ ਸੁਣ ਰਹੇ ਸੀ। ਇੱਕ ਕੁੜੀ ਵਰਦੀ ਦੇ ਵਿੱਚ ਆਪਣਾ 3-4 ਮਹੀਨੇ ਦਾ ਬੱਚਾ ਉਹਨੇ ਕੁਛੜ ਚੁੱਕਿਆ। ਖੱਬੇ ਹੱਥ ਨਾਲ ਉਹਨੇ ਬੱਚਾ ਚੁੱਕਿਆ ਤੇ ਸੱਜੇ ਨਾਲ ਪਰੇਡ ਕਰਦੀ ਜਾਂਦੀ ਆ, ਤੇ ਜਾ ਕੇ ਆਪਣੇ ਆਫੀਸਰ ਦੇ ਸਾਹਮਣੇ ਬੱਚਾ ਖੱਬੇ ਨਾਲ ਚੁੱਕ ਕੇ ਸੱਜੇ ਨਾਲ ਸਲੂਟ ਮਾਰਦੀ ਆ, ਤੇ ਮਾਰ ਕੇ ਆਪਣੀ ਮੁਸ਼ਕਲ ਇਹ ਦੱਸਦੀ ਹੈ ਕਿ ਸੱਸ ਮੇਰੀ ਬਿਮਾਰ ਆ, ਪਤੀ ਮੇਰੇ ਦੀ ਟੋਲ ਪਲਾਜ਼ਾ ਤੇ ਡਿਊਟੀ ਆ, ਹੋਰ ਘਰ ਵਿੱਚ ਇਸ ਬੱਚੇ ਨੂੰ ਵੀ ਸਾਂਭਣ ਵਾਲਾ ਕੋਈ ਨਹੀਂ, ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦੀ, ਮੇਰੀ ਡਿਊਟੀ ਮੇਰੇ ਘਰ ਦੇ ਲਾਗੇ ਲਾ ਦਿਓ ਤਾਂ ਕਿ ਬੱਚੇ ਨੂੰ ਤੇ ਬੱਚੇ ਦੀ ਦਾਦੀ ਨੂੰ ਮੈਂ ਸਾਂਭ ਸਕਾਂ। ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਔਰਤਾਂ ਦੀਆਂ, ਉਹਨਾਂ ਦਾ ਵੀ ਧਿਆਨ ਰੱਖਣਾ ਪਵੇਗਾ। ਇੱਕ ਗੱਲ ਹੋਰ ਕਿ ਔਰਤਾਂ ਦੀ ਹਾਲਤ ਸਿਰਫ ਇੱਕ ਬਿੱਲ ਪਾਸ ਕਰਨ ਨਾਲ ਨਹੀਂ ਸੁਧਰ ਜਾਣੀ। ਮੈਂ ਇੱਕ ਵਾਰੀ ਇਹ ਗੱਲ ਆਖੀ ਸੀ, ਕਈਆਂ ਲੋਕਾਂ ਨੇ ਇਹਦੀ ਠੀਕ ਇਹਨੂੰ ਆਖਿਆ, ਕਈਆਂ ਨੇ ਆਖਿਆ ਸੀ ਇਹੋ ਜਿਹੀ ਗੱਲ ਨਹੀਂ ਕਹਿਣੀ ਚਾਹੀਦੀ। ਇੱਕ ਮੌਕਾ ਆਇਆ ਸੀ ਜਦੋਂ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਹੁੰਦੀ ਸੀ ਜੀ। ਰਾਜ ਕਰਦਾ ਗੱਠਜੋੜ ਡਾਕਟਰ ਮਨਮੋਹਨ ਸਿੰਘ ਵਾਲਾ, ਉਹਦੀ ਮੁਖੀ ਸੋਨੀਆ ਗਾਂਧੀ ਹੁੰਦੀ ਸੀ। ਭਾਰਤ ਦੀ ਪਾਰਲੀਮੈਂਟ ਦੀ ਸਪੀਕਰ ਮੀਰਾ ਕੁਮਾਰ, ਉਹ ਵੀ ਬੀਬੀ ਸੀ। ਆਪੋਜੀਸ਼ਨ ਦੀ ਲੀਡਰ ਸੁਸ਼ਮਾ ਸਵਰਾਜ ਵੀ ਬੀਬੀ ਸੀ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੀ ਬੀਬੀ ਸੀ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਵੀ ਬੀਬੀ ਸੀ। ਉਹਦੇ ਬਾਵਜੂਦ ਔਰਤਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਸੀ ਹੋਈਆਂ। ਦਿੱਲੀ, ਮੁੰਬਈ ਤੇ ਕਲਕੱਤੇ 'ਚ ਜਿੱਥੇ-ਜਿੱਥੇ ਦੇਹ ਵਪਾਰ ਦੇ ਬਾਜ਼ਾਰ ਚੱਲਦੇ, ਉਸੇ ਤਰ੍ਹਾਂ ਚੱਲਦੇ ਰਹੇ ਸੀ। ਇਹਨਾਂ 'ਚੋਂ ਕਿਸੇ ਨੇ ਇਹ ਪਤਾ ਕਰਨ ਦਾ ਯਤਨ ਨਹੀਂ ਸੀ ਕੀਤਾ ਕਿ ਉਹਨਾਂ ਅੱਡਿਆਂ ਦੇ ਉੱਤੇ ਜਿਹੜੀਆਂ ਲੋਕਾਂ ਦੀਆਂ ਧੀਆਂ ਭੈਣਾਂ ਪਹੁੰਚਦੀਆਂ ਨੇ, ਉਹਨਾਂ ਨੂੰ ਕਿੱਥੋਂ ਚੁੱਕ ਕੇ ਲਿਆਂਦਾ ਜਾਂਦਾ, ਕਿੱਥੇ ਉਹਨਾਂ ਨੂੰ ਵੇਚ ਕੇ ਸੌਦੇ ਕੀਤੇ ਜਾਂਦੇ, ਖਰੀਦੋ ਫਰੋਖਤ ਕੀਤੀ ਜਾਂਦੀ ਆ। ਹਾਲਤ ਫਿਰ ਵੀ ਉਹਨਾਂ ਦੀ ਸੁਧਰ ਨਹੀਂ ਸੀ ਸਕੀ। ਮੈਂ ਕਹੂੰਗਾ ਕਿ ਹੱਕ ਲੈਣੇ ਦੇਣੇ ਪਾਰਲੀਮੈਂਟ 'ਚ ਪਾਸ ਹੋ ਗਿਆ, ਚੰਗੀ ਗੱਲ ਹੋ ਗਈ, ਪਰ ਜੇ ਬੀਬੀਆਂ ਪਾਰਲੀਮੈਂਟ ਚਲੀਆਂ ਜਾਣ ਤੇ ਇਹਨਾਂ ਨੂੰ ਇਸ ਗੱਲ ਵਾਸਤੇ ਯਤਨ ਵੀ ਕਰਨੇ ਚਾਹੀਦੇ ਆ ਕਿ ਇਸਤਰੀ ਜਾਤੀ ਜਿਹੜੀਆਂ ਮੁਸ਼ਕਲਾਂ 'ਚੋਂ ਲੰਘਦੀ ਪਈ ਆ, ਉਹਨਾਂ ਮੁਸ਼ਕਲਾਂ ਦੇ ਹੱਲ ਕੱਢਣ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾਵੇ। ਪਾਰਲੀਮੈਂਟ ਵਿੱਚ ਸਿਰਫ ਨੁਮਾਇੰਦਗੀ ਪਾਰਟੀਆਂ ਦੇ ਕੋਟੇ ਵਧਾਉਣ ਵਾਸਤੇ ਨਹੀਂ ਹੋਣੀ ਚਾਹੀਦੀ, ਔਰ ਜਿਹੜੀਆਂ ਬੀਬੀਆਂ ਮੈਂਬਰ ਬਣਦੀਆਂ ਨੇ ਉਹਨਾਂ ਨੂੰ ਵੀ ਆਪਣੇ ਹੱਕ ਦੀ ਵਰਤੋਂ ਆਪ ਕਰਨੀ ਚਾਹੀਦੀ ਆ। ਜਿਵੇਂ ਸਾਡੀਆਂ ਸਿਟੀ ਕੌਂਸਲਾਂ 'ਚ ਇਹ ਜੀ ਕੌਂਸਲਰ ਪਤੀ, ਯਾਨੀ ਕਿ ਕੌਂਸਲਰ ਘਰ ਬੈਠੀ ਹੈ ਤੇ ਉਹਦਾ ਪਤੀ ਤੁਰਿਆ ਫਿਰਦਾ ਬਾਹਰ। ਅੱਜ ਕੱਲ੍ਹ ਪਿੰਡਾਂ 'ਚ ਸਰਪੰਚ ਪਤੀ ਤੇ ਪੰਚ ਪਤੀ ਚੱਲ ਪਏ ਆ। ਇਹ ਬੰਦ ਹੋਣਾ ਚਾਹੀਦਾ। ਔਰਤਾਂ ਨੂੰ ਆਪਣੀ ਤਾਕਤ ਆਪ ਵਰਤਣੀ ਚਾਹੀਦੀ ਹੈ ਤੇ ਇਸਤਰੀ ਜਾਤੀ ਦੇ ਭਲੇ ਵਾਸਤੇ ਕੰਮ ਵੀ ਕਰਨਾ ਚਾਹੀਦਾ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ। ਇਹ ਤਾਂ ਸੀ ਰਾਸ਼ਟਰੀ ਪੱਧਰ ਦੀ ਖਬਰ। ਪੰਜਾਬ ਵੱਲ ਜੇਕਰ ਦੇਖੀਏ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਵੀ ਇੱਕ ਅੰਤਰਰਾਜੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਹਰਿਆਣਾ ਵੀ ਸੀ, ਰਾਜਸਥਾਨ ਵੀ ਸੀ ਤੇ ਪੰਜਾਬ ਵੀ ਸੀ। ਪੰਜਾਬ ਨੇ ਇਸ ਮੀਟਿੰਗ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਆਪਣਾ ਪੱਖ ਮਜ਼ਬੂਤੀ ਦੇ ਨਾਲ ਰੱਖਿਆ ਹੈ। ਨਾਲ ਹੀ ਪੰਜਾਬ ਨੇ ਗੱਲ ਵੀ ਕਹੀ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ, ਸਾਨੂੰ ਮਨਜ਼ੂਰ ਨਹੀਂ ਹੈਗੀ। ਤੁਸੀਂ ਕਿਵੇਂ ਆਂਕਦੇ ਹੋ ਜੀ ਸਾਰੇ ਮਾਮਲੇ ਨੂੰ? ਠੀਕ ਆਖਿਆ ਪੰਜਾਬ ਨੇ। ਪੰਜਾਬ ਨੂੰ ਇਸ ਗੱਲ ਦਾ ਡਰ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਨੂੰ BBMB ਕਹਿੰਦੇ ਆ, ਉਹ ਹੌਲੀ ਹੌਲੀ ਉਹਦੇ ਵਿੱਚ ਦੂਸਰਿਆਂ ਦਾ ਕੋਟਾ ਵਧਾਇਆ ਜਾ ਰਿਹਾ ਤੇ ਪੰਜਾਬ ਦੇ ਹੱਕ ਕੱਢੇ ਜਾ ਰਹੇ। ਇਹਦੇ ਵਿੱਚੋਂ ਜਿਹੜੇ ਰੋਟੇਸ਼ਨ ਵਿੱਚ ਪੋਸਟਾਂ ਦੇ ਉੱਤੇ
ਅਪੁਆਇੰਟਮੈਂਟ ਹੁੰਦੀਆਂ ਸੀ, ਨਿਯੁਕਤੀਆਂ ਹੁੰਦੀਆਂ ਸੀ, ਉਹਨਾਂ 'ਚੋਂ ਵੀ ਪੰਜਾਬ ਦਾ ਹੱਕ ਖੋਇਆ ਜਾ ਰਿਹਾ। ਇੱਕ ਤਾਂ ਉਹ ਹੱਕ ਸਾਡਾ ਜਿਹੜਾ ਸਾਡੇ ਪੰਜਾਬ ਦੇ ਲੀਡਰਾਂ ਨੇ ਗਵਾ ਦਿੱਤਾ। ਪਿਛਲੀਆਂ 2 ਸਰਕਾਰਾਂ ਦੇ ਵਕਤ ਇੰਜੀਨੀਅਰਾਂ ਦੀਆਂ ਮੁੜ ਕੇ ਬਦਲੀਆਂ ਕੀਤੀਆਂ ਗਈਆਂ ਤੇ ਇੱਕ ਬੜੀ ਜ਼ਿੰਮੇਵਾਰ ਪੋਸਟ ਪੰਜਾਬ ਦੇ ਹਿੱਸੇ ਦੀ ਸੀ। ਪੰਜਾਬ ਉਸ ਪੋਸਟ ਉੱਤੇ ਆਪਣਾ ਕੋਈ ਇੰਜੀਨੀਅਰ ਇਸ ਕਰਕੇ ਨਿਯੁਕਤ ਨਹੀਂ ਕਰਵਾ ਸਕਿਆ ਕਿ ਉਹਦੇ ਨਾਲ ਪ੍ਰੋਟੋਕੋਲ ਦੇ ਮੁਤਾਬਕ ਉਹ ਚੀਫ ਇੰਜੀਨੀਅਰ ਉੱਥੇ ਲੱਗ ਸਕਦਾ ਸੀ ਜਿਹਦੇ ਕੋਲ ਇੱਕ ਮਿਥੀ ਹੋਈ ਮਿਆਦ ਇੰਨੇ ਸਾਲਾਂ ਦਾ ਤਜਰਬਾ ਇੱਕੋ ਪੋਸਟ ਤੇ ਉਸੇ ਤਰ੍ਹਾਂ ਦਾ ਕੰਮ ਕਰਨ ਦਾ ਹੋਵੇ। ਪਿਛਲੀਆਂ ਦੋਵੇਂ ਸਰਕਾਰਾਂ ਆਪਣੇ ਚਹੇਤਿਆਂ ਤੇ ਸਿਫਾਰਸ਼ੀਆਂ ਨੂੰ ਲਾਉਣ ਵਾਸਤੇ ਜ਼ਿੰਮੇਵਾਰ ਅਫਸਰਾਂ ਨੂੰ ਇੰਨੀ ਤੇਜ਼ੀ ਨਾਲ ਬਦਲਦੀਆਂ ਰਹੀਆਂ ਕਿ ਪੰਜਾਬ ਕੋਲ ਇਹੋ ਜਿਹੇ ਅਫਸਰ ਹੀ ਕੋਈ ਨਹੀਂ ਸੀ ਜਿਹਦੇ ਕੋਲ ਉਸ ਪੋਸਟ ਉੱਤੇ ਇੰਨਾ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੋਵੇ। ਇਹਦੇ ਉੱਤੇ ਰੇੜਕਾ ਪੈ ਗਿਆ ਸੀ। ਫਿਰ ਸਰਕਾਰ ਨੇ ਚੁੱਪ ਚਪੀਤਿਆਂ ਉੱਥੇ ਜਿਹੜੀ ਸਿਕਿਉਰਿਟੀ ਲੱਗਦੀ ਸੀ ਪੰਜਾਬ ਤੇ ਹਰਿਆਣੇ ਦੀ ਲੱਗਦੀ ਹੁੰਦੀ ਸੀ, ਦੋਵਾਂ ਤੋਂ ਖੋਹ ਕੇ ਤੇ ਕੇਂਦਰੀ ਫੋਰਸਾਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਹਿਮਾਚਲ ਦੀਆਂ ਨਾਲ ਲੱਗਣ ਲੱਗ ਪਈਆਂ। ਹਰਿਆਣੇ ਨੂੰ ਇਤਰਾਜ਼ ਕੋਈ ਨਹੀਂ ਕਿਉਂਕਿ ਹਰਿਆਣੇ 'ਚ ਵੀ ਭਾਜਪਾ ਦੀ ਸਰਕਾਰ ਤੇ ਕੇਂਦਰ 'ਚ ਵੀ, ਪਰ ਪੰਜਾਬ ਨੂੰ ਇਤਰਾਜ਼ ਸੀ। ਹੁਣ ਉਹਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ 3 ਭਾਈਵਾਲ ਨੇ। ਰਾਜਸਥਾਨ ਤੋਂ ਮੰਗ ਚੁਕਵਾ ਦਿੱਤੀ ਗਈ ਹੈ ਕਿ ਸਾਨੂੰ ਵੀ ਉਹ 'ਚ ਭਾਈਵਾਲ ਬਣਾਓ। ਰਾਜਸਥਾਨ ਤੋਂ ਬਾਅਦ ਫਿਰ ਕੱਲ੍ਹ ਨੂੰ ਕੋਈ ਹੋਰ ਉੱਠੂਗਾ, ਅਸੀਂ ਕਿੰਨਿਆਂ ਕੁ ਨੂੰ ਭਾਈਵਾਲ ਬਣਾਵਾਂਗੇ। ਸਾਡੀ ਪੰਜਾਬ ਦੀ ਸਰਕਾਰ ਨੇ ਠੋਕ ਕੇ ਆਖਿਆ ਜੀ ਇਹ ਨਹੀਂ ਬਣਾਇਆ ਜਾ ਸਕਦਾ। ਜਦੋਂ ਇਹ ਬਣਿਆ, ਪੁਰਾਣੇ ਪੰਜਾਬ ਦੇ ਵਿੱਚੋਂ ਹਿਮਾਚਲ ਵੀ ਨਿਕਲਿਆ ਸੀ, ਹਰਿਆਣਾ ਵੀ ਨਿਕਲਿਆ ਸੀ, ਰਾਜਸਥਾਨ ਤੇ ਚੋਂ ਨਿਕਲਿਆ ਨਹੀਂ। ਜਦੋਂ ਇਹ ਬਣਿਆ ਉਦੋਂ 2 ਡੈਮ ਹੁੰਦੇ ਸੀ, ਉਸ ਤੋਂ ਬਾਅਦ ਹੋਰ ਵੀ ਬਣੇ ਆ, ਪਰ ਉਹਦੇ ਵਿੱਚ ਰਾਜਸਥਾਨ ਨੂੰ ਕਿੱਦਾਂ ਤੁਸੀਂ ਸ਼ਾਮਲ ਕਰਦੇ ਹੋ। ਇਹ ਠੋਕ ਕੇ ਆਖਿਆ ਕਿ ਤੁਸੀਂ ਹੌਲੀ ਹੌਲੀ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਖੂੰਜੇ ਲਾਉਣ ਦਾ ਯਤਨ ਕਰ ਰਹੇ ਹੋ। ਇਹ ਸਾਨੂੰ ਪ੍ਰਵਾਨ ਨਹੀਂ। ਮੈਂ ਸਮਝਦਾ ਪੰਜਾਬ ਦੀ ਸਰਕਾਰ ਨੇ ਆਪਣੇ ਅਫਸਰਾਂ ਦੇ ਰਾਹੀਂ ਮੀਟਿੰਗ ਵਿੱਚ ਪੇਸ਼ ਕਰਕੇ ਬਹੁਤ ਵਧੀਆ ਤੇ ਠੀਕ ਸਟੈਂਡ ਲਿਆ। ਇਹ ਸਟੈਂਡ ਪੰਜਾਬ ਦੀ ਸਰਕਾਰ, ਭਗਵੰਤ ਮਾਨ ਸਰਕਾਰ ਦਾ ਨਹੀਂ, ਇਹ ਪੰਜਾਬ ਦੇ ਲੋਕਾਂ ਦਾ ਸਟੈਂਡ ਆ ਜਿਹੜਾ ਲੈਣਾ ਚਾਹੀਦਾ ਸੀ। ਜੀ ਬਿਲਕੁਲ ਠੀਕ ਹੈ ਪਨੂ ਸਾਹਿਬ। ਉੱਧਰ ਅੱਗੇ ਵਧੀਏ ਤਾਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਭਾਰਤ ਦੇ ਡਾਕਟਰ ਨੇ ਉਹ ਪ੍ਰੈਕਟਿਸ ਕਰ ਸਕਣਗੇ। ਦੁਨੀਆ ਵਿੱਚ ਕਿਤੇ ਵੀ ਇਹ ਪ੍ਰੈਕਟਿਸ ਭਾਰਤ ਦੇ ਡਾਕਟਰਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ। ਕਿਵੇਂ ਆਖਦੇ ਹੋ ਜੀ? ਇਹ ਠੀਕ ਹੈ, ਭਾਰਤ ਦੇ ਡਾਕਟਰ ਪਹਿਲਾਂ ਇਕੱਲਾ ਭਾਰਤ ਨਹੀਂ, ਕਈ ਦੇਸ਼ਾਂ ਦੇ ਡਾਕਟਰਾਂ ਦੇ ਮਾਮਲੇ 'ਚ ਪਾਬੰਦੀਆਂ ਸੀ। ਰੂਸ ਦੇ ਡਾਕਟਰ ਜਦੋਂ ਇੰਦਰਾ ਗਾਂਧੀ ਦਾ ਰਾਜ ਹੁੰਦਾ ਸੀ ਤੇ ਰਾਜੀਵ ਗਾਂਧੀ ਦਾ ਸੀ, VP ਸਿੰਘ ਦੇ ਵਕਤ ਤੱਕ ਵੀ ਭਾਰਤ ਵਿੱਚ ਆ ਕੇ ਪ੍ਰੈਕਟਿਸ ਕਰ ਸਕਦੇ ਸੀ। ਬਹੁਤੀਆਂ ਸਮੱਸਿਆਵਾਂ ਨਹੀਂ ਸੀ। ਬਾਅਦ 'ਚ ਸਮੱਸਿਆਵਾਂ ਵਧਣ ਲੱਗ ਪਈਆਂ। ਸਬੰਧਾਂ ਦੀ ਖਰਾਬੀ, ਉੱਥੇ ਕਮਿਊਨਿਸਟਾਂ ਦਾ ਰਾਜ ਚਲਿਆ ਗਿਆ, ਨਵੀਂ ਸਰਕਾਰ ਨਾਲ ਉਹ ਸਬੰਧ ਨਾ ਰਹੇ, ਕਈ ਕਿਸਮ ਦੇ ਨੁਕਤੇ ਉਠਾਏ ਜਾਣ ਲੱਗ ਪਏ। ਇਸੇ ਤਰ੍ਹਾਂ ਕੁਝ ਹੋਰ ਦੇਸ਼ਾਂ ਦੇ ਡਾਕਟਰ ਉੱਥੋਂ ਡਾਕਟਰੀ ਕਰਕੇ ਆ ਜਾਂਦੇ, ਬੱਚੇ ਪੜ੍ਹ ਕੇ ਇੱਥੇ ਆ ਕੇ ਸਮੱਸਿਆਵਾਂ ਆ ਜਾਂਦੀਆਂ ਨੇ। ਭਾਰਤ ਦੇ ਡਾਕਟਰਾਂ ਦੀ ਰੈਕਗਨੀਸ਼ਨ, ਰਜਿਸਟ੍ਰੇਸ਼ਨ ਸਾਰਾ ਕੁਝ ਭਾਰਤ ਤੱਕ ਸੀਮਤ ਸੀ। ਉਹਨਾਂ ਕੈਨੇਡਾ ਜਾਣਾ, ਅਮਰੀਕਾ ਜਾਣਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਹਾਲੈਂਡ, ਕਿਤੇ ਵੀ ਜਾਣਾ, ਉੱਥੇ ਜਾ ਕੇ ਸਮੱਸਿਆ ਬਣ ਜਾਂਦੀ ਸੀ ਕਿ ਤੁਹਾਡੇ ਭਾਰਤ ਦੇ ਮੈਡੀਕਲ ਕਾਲਜਾਂ ਦੀਆਂ ਡਿਗਰੀਆਂ ਨੂੰ ਸੰਸਾਰ ਪੱਧਰ ਦੀ ਰੈਕਗਨੀਸ਼ਨ ਨਹੀਂ, ਇਸ ਕਰਕੇ ਤੁਹਾਨੂੰ ਇੱਥੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਤੁਸੀਂ ਇੱਥੇ ਆਪਣਾ ਕਲੀਨਿਕ ਬਣਾ ਕੇ ਵੀ ਹਸਪਤਾਲ ਚਲਾ ਨਹੀਂ ਸਕਦੇ, ਤੁਹਾਡੇ ਉੱਤੇ ਇਹ ਪਾਬੰਦੀ ਆ। ਹੌਲੀ ਹੌਲੀ ਜਿਹੜੀ ਸਰਕਾਰ ਉਹ ਕੰਮ ਕਰਦੀ ਰਹੀ। ਅਖੀਰ ਜਿਹੜੀ ਭਾਰਤ ਦੀ ਮੈਡੀਕਲ ਕੌਂਸਲ ਹੈ, ਮੈਡੀਕਲ ਕੌਂਸਲ ਆਫ ਇੰਡੀਆ, MCI, ਉਹਨਾਂ ਨੇ ਕੱਲ੍ਹ ਇਹ ਬਿਆਨ ਜਾਰੀ ਕੀਤਾ ਕਿ ਜਿਹੜੀ ਸੰਸਾਰ ਪੱਧਰ ਦੀ ਜਥੇਬੰਦੀ ਆ, ਵਰਲਡ ਫੈਡਰੇਸ਼ਨ ਆਫ ਮੈਡੀਕਲ ਐਜੂਕੇਸ਼ਨ, ਉਹਨੇ ਭਾਰਤ ਦੇ ਕਾਲਜਾਂ ਬਾਰੇ, ਮੈਡੀਕਲ ਕਾਲਜਾਂ ਬਾਰੇ ਇਹ ਰੈਕਗਨੀਸ਼ਨ ਦੀ ਚਿੱਠੀ ਭੇਜ ਦਿੱਤੀ ਹੈ ਕਿ ਇਹਨਾਂ 'ਚ ਅਸੀਂ ਸਾਰਾ ਕੁਝ ਚੈੱਕ ਕਰ ਲਿਆ। ਇੱਥੇ ਦੇ ਡਾਕਟਰਾਂ ਦੀ ਸਾਰੀ ਜਿਹੜੀ ਟ੍ਰੇਨਿੰਗ ਆ ਉਹ ਅਪ ਟੂ ਮਾਰਕ ਆ, ਬਿਲਕੁਲ ਠੀਕ ਠਾਕ ਆ। ਤੇ ਇਹ ਡਾਕਟਰ ਜਿਹੜੇ ਆ ਇਸ ਗੱਲ ਵਾਸਤੇ ਸਰਟੀਫਾਈਡ ਨੇ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾ ਕੇ ਇਹ ਪ੍ਰੈਕਟਿਸ ਕਰ ਸਕਦੇ ਆ। ਜੇ ਇੱਥੇ ਸਰਟੀਫਾਈਡ ਨੇ ਤੇ ਨਾਲ ਇਹ ਵੀ ਗੱਲ ਆ ਗਈ ਆ ਕਿ ਅਗਲੇ 8-10 ਸਾਲਾਂ 'ਚ ਜਿਹੜੇ ਨਵੇਂ ਕਾਲਜ ਖੁੱਲ੍ਹਣਗੇ ਉਹਨਾਂ ਵਿੱਚ ਜਿਹੜੇ ਡਾਕਟਰ ਪੜ੍ਹਨਗੇ ਉਹ ਵੀ ਬਾਹਰ ਜਾ ਕੇ ਪ੍ਰੈਕਟਿਸ ਕਰ ਸਕਦੇ ਆ। ਮੈਂ ਸਮਝਦਾ ਕਿ ਭਾਰਤੀ ਬੱਚਿਆਂ ਵਾਸਤੇ ਜਿਹੜੇ ਇਸ ਵੇਲੇ ਡਾਕਟਰੀ ਦੇ ਕੋਰਸ ਕਰਦੇ ਪਏ ਨੇ, ਅਗਲਿਆਂ ਦਿਨਾਂ 'ਚ ਜਿਨ੍ਹਾਂ ਨੇ ਡਾਕਟਰ ਬਣਨਾ, ਜੇ ਉਹ ਭਾਰਤ ਵਿੱਚ ਰਹਿਣ, ਭਾਰਤ ਦੇ ਲੋਕਾਂ ਦੀ ਸੇਵਾ ਕਰਨ ਤੇ ਸਾਨੂੰ ਖੁਸ਼ੀ ਹੋਵੇਗੀ। ਪਰ ਜੇ ਉਹ ਕਿਸੇ ਮਜਬੂਰੀ ਕਰਕੇ ਜਾਂ ਆਪਣਾ ਭਵਿੱਖ ਚੰਗੇਰਾ ਕਰਨ ਵਾਸਤੇ ਕਿਸੇ ਦੂਸਰੇ ਦੇਸ਼ ਵਿੱਚ ਵੀ ਚਲੇ ਜਾਂਦੇ ਆ, ਉੱਥੇ ਜਾ ਕੇ ਆਪਣਾ ਪੈਰ ਧਰਾਵਾ ਕਰਨਾ ਚਾਹੁੰਦੇ, ਅੱਡਾ ਗੱਡਾ ਜਮਾਉਣਾ ਚਾਹੁੰਦੇ ਆ, ਤੇ ਜਿਹੜੀਆਂ ਮੁਸ਼ਕਿਲਾਂ ਉਹਨਾਂ ਦੇ ਸਾਹਮਣੇ ਪਹਿਲਾਂ ਸੀ ਕਿਉਂਕਿ ਉਹਨਾਂ ਦੀ ਡਿਗਰੀ ਨੂੰ ਮਾਨਤਾ ਨਹੀਂ ਸੀ, ਉਹ ਅੜਚਣਾਂ ਦੂਰ ਹੋ ਗਈਆਂ ਨੇ। ਹੁਣ ਉਹ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾ ਕੇ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਦੇ ਆ। ਇਹ ਇੱਕ ਚੰਗਾ ਕਦਮ ਹੈ ਜਿਹੜਾ ਚੁੱਕਿਆ ਵਰਲਡ ਫੈਡਰੇਸ਼ਨ ਆਫ ਮੈਡੀਕਲ ਐਜੂਕੇਸ਼ਨ ਨੇ। ਇਹਦੇ ਵਿੱਚ ਜਿਹਨੇ ਵੀ ਕਿਸੇ ਕਿਸਮ ਦੀ ਕੋਈ ਕੋਸ਼ਿਸ਼ ਕੀਤੀ ਹੋਵੇ, ਤਰੱਦਦ ਕੀਤਾ ਹੋਵੇ, ਉੱਥੋਂ ਤੱਕ ਪਹੁੰਚ ਕੀਤੀ ਹੋਵੇ, ਇਹ ਰੈਕਗਨੀਸ਼ਨ ਦਿਵਾਉਣ ਵਿੱਚ ਕੋਈ ਮਦਦ ਕੀਤੀ ਹੋਵੇ,
ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ। ਪਰ ਇਹ ਗੱਲ ਭਾਰਤੀ ਬੱਚਿਆਂ ਵਾਸਤੇ ਚੰਗੀ ਹੋਈ ਹੈ ਜਿਹੜੇ ਡਾਕਟਰ ਬਣਦੇ ਪਏ ਜਾਂ ਜਿਨ੍ਹਾਂ ਨੇ ਭਵਿੱਖ ਵਿੱਚ ਡਾਕਟਰ ਬਣਨਾ ਹੈ। ਜੀ ਬਿਲਕੁਲ ਠੀਕ ਹੈ ਮਨੂ ਸਾਹਿਬ। ਅਗਲੀ ਖਬਰ ਗੁਆਂਢੀ ਮੁਲਕ ਪਾਕਿਸਤਾਨ ਦੀ ਲੈ ਲੈਂਦੇ ਹਾਂ। ਪਾਕਿਸਤਾਨ ਦੇ ਵਿੱਚ ਵੀ ਚੋਣਾਂ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ, ਪਰ ਹਜੇ ਤੱਕ ਕੋਈ ਸਪੈਸੀਫਿਕ ਡੇਟ ਨਹੀਂ ਦਿੱਤੀ ਗਈ। ਇਹ ਪ੍ਰੋਸੀਜਰ ਚੋਣਾਂ ਕਰਵਾਉਣ ਦਾ ਕਿੰਨਾ ਕੁ ਲੰਬਾ ਹੈ ਜੀ, ਤੇ ਕਿੰਨਾ ਕੁ ਸਮਾਂ ਇਸ ਨੂੰ ਲੱਗ ਸਕਦਾ ਹੈ ਹਜੇ ਹੋਰ? ਪਾਕਿਸਤਾਨ ਦੇ ਵਿੱਚ ਸਾਡੇ ਨਾਲ ਵੱਖਰਾ ਸਿਸਟਮ ਹੈ। ਉਹਦੇ ਵਿੱਚ ਜਦੋਂ ਚੋਣਾਂ ਹੋਣੀਆਂ ਹੁੰਦੀਆਂ ਤੇ ਸਰਕਾਰ ਜਿਹੜੀ ਪਾਸੇ ਕਰਕੇ ਤੇ ਇੱਕ ਕਾਰਜਕਾਰੀ ਸਰਕਾਰ ਬਣਦੀ ਆ, ਜਿਹੜੀ ਮੌਕੇ ਦਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦਾ ਆਗੂ ਬੈਠ ਕੇ ਸਾਂਝੇ ਕਿਸੇ ਆਗੂ ਨੂੰ ਉਹਦੀ ਕਮਾਨ ਸੌਂਪਦੇ ਪ੍ਰਧਾਨ ਮੰਤਰੀ ਬਣਾਉਂਦੇ ਆ। ਇਹ ਬਣਾਇਆ ਜਾ ਚੁੱਕਾ। ਉਹਦੇ ਬਾਅਦ ਮਿਥਿਆ ਹੁੰਦਾ ਕਿ ਇੰਨੇ ਦਿਨਾਂ ਦੇ ਅੰਦਰ ਅੰਦਰ ਚੋਣਾਂ ਕਰਾਈਆਂ ਜਾਣਗੀਆਂ। ਇਸ ਵਾਰੀ ਉਹ ਮਿਥੇ ਸਮੇਂ ਦੇ ਵਿੱਚ ਉਸ ਹੱਦ ਵਿੱਚ ਚੋਣਾਂ ਨਹੀਂ ਕਰਵਾਈਆਂ ਜਾ ਸਕਣੀਆਂ। ਉਹਦਾ ਇੱਕ ਕਾਰਨ ਇਹ ਆ ਕਿ ਉੱਥੇ ਇਸ ਵਾਰੀ ਮਰਦਮਸ਼ੁਮਾਰੀ ਲੇਟ ਹੈ, ਜਿਹਨੂੰ ਜਨਗਣਨਾ ਕਹਿ ਦਿੰਦੇ। ਜਨਗਣਨਾ ਉੱਥੇ ਲੇਟ ਹੈ। ਉਸ ਮਰਦਮਸ਼ੁਮਾਰੀ ਦੇ ਲੇਟ ਹੋਣ ਕਰਕੇ ਕਈ ਕੰਮ ਪਛੜ ਜਾਂਦੇ ਆ। ਜਦੋਂ ਮਰਦਮਸ਼ੁਮਾਰੀ ਮੁੱਕੇਗੀ ਉਹਦੇ ਬਾਅਦ ਹੱਦਬੰਦੀ ਹੋਵੇਗੀ ਹਲਕਿਆਂ ਦੀ ਕਿ ਹਲਕੇ ਪਹਿਲੇ ਰੱਖਣੇ ਆ ਜਾਂ ਵਧਾਉਣੇ ਆ। ਜੇ ਵਧਾਉਣੇ ਆ, ਵਧੀ ਹੋਈ ਆਬਾਦੀ ਦੇ ਨਾਲ ਹਲਕੇ ਵਧਾਉਣੇ ਆ ਤੇ ਕਿੱਥੇ ਕਿੱਥੇ ਕਿਹੜੇ ਵਧਾਉਣੇ ਆ, ਕਿਹੜੇ ਹਲਕੇ 'ਚ ਕੱਟ ਲਾਉਣਾ, ਕਿਹੜੇ 'ਚ ਨਵੇਂ ਇਲਾਕੇ ਰਲਾਏ ਜਾਣੇ ਆ, ਇਹ ਸਾਰਾ ਫੈਸਲਾ ਕਰਨਾ। ਇਸ ਗੱਲ ਨੂੰ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਕਿ ਬਹਾਨਾ ਬਣਾਇਆ ਜਾ ਰਿਹਾ ਚੋਣਾਂ ਟਾਲਣ ਦਾ, ਲਟਕਾਉਣ ਦਾ। ਹੁਣ ਮਿੱਥੇ ਸਮੇਂ ਵਿੱਚ ਤਾਂ ਚੋਣਾਂ ਹੋ ਨਹੀਂ ਸਕਣੀਆਂ, ਪਰ ਕੱਲ ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਨੇ ਇਹ ਐਲਾਨ ਜਾਰੀ ਕੀਤਾ ਕਿ ਅਗਲੇ ਸਾਲ ਜਨਵਰੀ ਚੜ੍ਹਦਿਆਂ ਹੀ ਉਹਦੇ ਆਖਰੀ ਹਫ਼ਤੇ 'ਚ, ਯਾਨੀ ਜਨਵਰੀ ਦੇ 23 ਤੋਂ ਲੈ ਕੇ 31 ਦੇ ਦੌਰਾਨ ਜਿਹੜੀਆਂ ਉੱਥੇ ਪਾਕਿਸਤਾਨ ਦੇ ਵਿੱਚ ਚੋਣਾਂ ਹੋ ਜਾਣਗੀਆਂ, ਜਿਸ 'ਚ ਕੌਮੀ ਅਸੈਂਬਲੀ ਵੀ ਆ ਤੇ ਸੂਬਿਆਂ ਦੀਆਂ ਚੋਣਾਂ ਵੀ ਹੋ ਜਾਣਗੀਆਂ। ਇਹਦੇ ਦੌਰਾਨ ਉਹਨਾਂ ਨੇ ਆਖਿਆ ਕਿ ਮੁੱਢਲੀਆਂ ਜਿਹੜੀਆਂ ਵੋਟਰ ਸੂਚੀਆਂ ਦਾ ਕੰਮ ਹੈ ਉਹ ਲਗਭਗ ਹੋ ਚੁੱਕਾ। ਅੱਜ ਅਸੀਂ ਹੁਣ 22 ਸਤੰਬਰ ਨੂੰ ਇਹ ਕਰਦੇ ਪਏ ਹਾਂ ਪ੍ਰੋਗਰਾਮ, ਤੇ 27 ਸਤੰਬਰ ਨੂੰ ਉਹਨਾਂ ਨੇ ਆਖਿਆ ਜੀ ਵੋਟਰ ਸੂਚੀਆਂ ਅਸੀਂ ਰਿਲੀਜ਼ ਕਰ ਦਿਆਂਗੇ। ਅਗਲੀ ਡੇਟ ਵੀ ਮਿਸ ਦਿੱਤੀ ਹੈ ਤੇ ਉਹਨੇ ਆਖਿਆ ਉਹਦੇ ਤੋਂ ਬਾਅਦ ਇਤਰਾਜ਼ ਲੈ ਕੇ ਵੋਟਰ ਸੂਚੀਆਂ ਫਾਈਨਲ ਕਰਕੇ ਹੱਦਬੰਦੀ ਦਾ ਕੰਮ ਮੁਕਾ ਕੇ ਤੇ ਅਸੀਂ ਜਨਵਰੀ ਦੇ ਆਖਰੀ ਹਫ਼ਤੇ ਚੋਣਾਂ ਕਰਵਾ ਲਵਾਂਗੇ। ਗੁਆਂਢ ਦਾ ਮੁਲਕ ਹੈ, ਹਮਸਾਇਆ ਮਾਂ ਪਿਓ ਜਾਇਆ ਹੁੰਦਾ। ਅਸੀਂ ਸੁੱਖ ਮੰਗਾਂਗੇ ਕਿ ਉਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਜੇ ਪੈਰਾਂ ਸਿਰ ਖੜੀ ਰਹੇ ਤੇ ਚੰਗਾ ਹੈ। ਸਾਨੂੰ ਕੋਈ ਦੇਣਗੇ ਨਾ ਤੇ ਸਾਡੇ ਗੁਆਂਢ ਇਹੋ ਜਿਹਾ ਮੁਲਕ ਜੇ ਠੀਕ ਠਾਕ ਵਸਦਾ, ਉਧਰੋਂ ਕੋਈ ਠੰਡਾ ਬੁੱਲਾ ਆਉਂਦਾ ਤੇ ਆਵੇ। ਸਾਨੂੰ ਕੋਈ ਇਹੋ ਜਿਹੀ ਮੁੜ ਚਿੰਤਾ ਤਾਂ ਨਾ, ਉੱਥੇ ਪਤਾ ਨਹੀਂ ਕਿੱਦਾਂ ਦੀ ਸਰਕਾਰ ਆ, ਕੱਲ ਨੂੰ ਕਿਹੋ ਜਿਹਾ ਚੰਦ ਚੜਾਵੇਗੀ, ਉਹਦੇ ਤੋਂ ਬਚੇ ਰਵਾਂਗੇ। ਇਸ ਕਰਕੇ ਜੇ ਉੱਥੇ ਉਹਨਾਂ ਦਾ ਇਲੈਕਟੋਰਲ ਪ੍ਰੋਸੈਸ, ਉਹਨਾਂ ਦੀ ਡੈਮੋਕ੍ਰੇਸੀ ਦੀ ਸਾਰੀ ਪ੍ਰਕਿਰਿਆ ਜਿਹੜੀ ਆ ਠੀਕ ਠਾਕ ਚੱਲਦੀ ਆ ਤੇ ਸਾਨੂੰ ਖੁਸ਼ੀ ਹੋਵੇਗੀ। ਮੈਂ ਆਸ ਕਰੂੰਗਾ ਕਿ ਜੋ ਮਿਥਿਆ ਗਿਆ ਉਹਦੇ ਮੁਤਾਬਕ ਚੋਣਾਂ ਉੱਥੇ ਹੋ ਜਾਣ। ਜੀ ਬਿਲਕੁਲ ਠੀਕ ਹੈ ਮਨੂ ਸਾਹਿਬ, ਤੁਸੀਂ ਖਬਰਾਂ ਤੇ ਚਰਚਾ ਕੀਤੀ, ਸਾਡੇ ਨਾਲ ਜੁੜੇ, ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਪ੍ਰੋਗਰਾਮ ਨੂੰ ਸਮੇਟਣ ਦਾ ਵੇਲਾ ਹੋ ਗਿਆ ਜੀ। ਕੱਲ ਫਿਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।